ਵੀ ਜੇ ਹੁਣ ਇਹਦੇ ਵਿੱਚੋਂ ਜੇ 10 ਕਿੱਲੇ ਲੈ ਵੀ ਲਊ ਤੇ ਕੋਈ ਜਿਹੜੇ ਪਾਰਕ ਹੁੰਦੇ ਆ ਤਕਰੀਬਨ ਖੂਬਸੂਰਤੀ ਵਾਸਤੇ ਹੀ ਹੁੰਦੇ ਆ, ਤੇ ਇਹਨਾਂ ਨੇ ਉਹ ਪਾਰਕਾਂ ਦੀ ਜਗ੍ਹਾ ਤੇ ਇੰਡਸਟਰੀ ਪਾਰਕ ਮੁੜ ਕੇ ਸ਼ੋਅ ਕਰ ਦਿੱਤਾ। ਇੰਡਸਟਰੀ ਪਾਰਕ ਸ਼ੋਅ ਕੀਤਾ, ਉਹਦੇ ਵਿੱਚ 407 ਕਿੱਲੇ ਦਾ ਮਤਾ ਪਵਾ ਲਿਆ ਇਹਨਾਂ ਨੂੰ। ਵੀ ਸਾਡੀ ਤਾਂ ਜ਼ਿੰਦਗੀ ਖਤਮ ਹੋ ਗਈ, ਚੱਲ 70 ਪਰਿਵਾਰ ਖਤਮ ਹੋ ਜਾਣਗੇ, ਸਰਕਾਰਾਂ ਵਾਸਤੇ ਕੀ ਆ? ਮਰ ਵੀ ਜਾਣਗੇ, ਭੁੱਖੇ ਮਰ ਜਾਣ, ਚਾਹੇ ਉਹ ਪ੍ਰਦੂਸ਼ਣ ਨਾਲ ਮਰ ਜਾਣ ਤੇ ਚਾਹੇ ਉਹ ਜ਼ਹਿਰੀਲਾ ਪਾਣੀ ਪੀ ਕੇ, ਕੈਮੀਕਲ ਵਾਲਾ ਪਾਣੀ ਪੀ ਕੇ ਮਰ ਜਾਣ। ਬਾਕੀ ਜੇ ਨੌਕਰੀਆਂ ਦੀ ਗੱਲ ਕਰੀਏ, ਨੌਕਰੀਆਂ ਤਾਂ ਧਨਾਂਸੂ ਵੀ ਦੇਣ ਦਾ ਵਾਅਦਾ ਕੀਤਾ ਸੀ, ਉੱਥੇ ਕਿਹਨੂੰ ਨੌਕਰੀ ਮਿਲ ਗਈ ਹੈ ਜੀ? ਉੱਥੇ ਪੈਨਸ਼ਨਾਂ ਦੇਣ ਦੇ ਵੀ ਵਾਅਦੇ ਕੀਤੇ ਸੀ, ਕਿਹਨੂੰ ਪੈਨਸ਼ਨਾਂ ਲਾਤੀਆਂ ਜੀ ਸਰਕਾਰ ਨੇ? ਸਰਕਾਰ ਦੇ ਤਾਂ ਡਰਾਮੇ ਨੇ ਜੀ। ਟਰੂਸਕੋਪ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਤੇ ਅੱਜ ਸਾਰੇ ਜਾਣਦੇ ਕਿ 8 ਜੁਲਾਈ ਨੂੰ ਇੱਕ ਮਤਾ ਪਾਸ ਕੀਤਾ ਗਿਆ ਸੀ ਮੱਤੇਵਾੜਾ ਜੰਗਲਾਂ ਨੂੰ ਲੈ ਕੇ, ਜਿਹੜਾ ਲੁਧਿਆਣੇ ਦੇ ਵਿੱਚ ਹੈ। ਸੋ ਉਹਦੇ ਲੱਗਦੇ ਪਿੰਡਾਂ ਨੂੰ ਕਈਆਂ ਨੂੰ ਖਤਰਾ ਜਿਹੜਾ ਉਹ ਬਣ ਸਕਦਾ ਹੈ, ਕਿਉਂਕਿ ਜਿਹੜਾ 8 ਜੁਲਾਈ ਨੂੰ ਮਤਾ ਪਾਸ ਕੀਤਾ ਗਿਆ ਸੀਗਾ ਕਿ ਮੱਤੇਵਾੜਾ ਦੇ ਲਾਗੇ ਜਿਹੜੇ ਜੰਗਲ ਨੇ, ਜਿਹੜਾ ਜੰਗਲ ਹੈ ਉਹ ਜੰਗਲ ਨੂੰ ਕੱਟ ਕੇ ਇੱਕ ਉਦਯੋਗਿਕ ਪਾਰਕ ਜਿਹੜੀ ਉਹ ਬਣਾਈ ਜਾਏਗੀ, ਸਨਤੀ ਪਾਰਕ ਜਿਹੜੀ ਉਹ ਤਿਆਰ ਕੀਤੀ ਜਾਏਗੀ। ਪਰ ਜਿਹੜੇ ਉਹਨਾਂ ਦੇ ਨਾਲ ਲੱਗਦਾ ਪਿੰਡ ਹੈ ਸੇਖੋਵਾਲ, ਉਹਦੀ 500 ਏਕੜ ਜ਼ਮੀਨ ਜਿਹੜੀ ਉਹ ਪੰਚਾਇਤੀ ਹੈ, ਪੰਚਾਇਤੀ ਜ਼ਮੀਨ ਹੋਣ ਕਰਕੇ ਉਹ ਜਿਹੜੀ ਹੈ ਉਹ ਉਦਯੋਗਿਕ ਪਾਰਕ ਦੇ ਵਿੱਚ ਲਈ ਜਾਏਗੀ। ਸੋ ਮੈਂ ਤੁਹਾਨੂੰ ਦਿਖਾ ਦਿਆਂ ਕਿ ਇੱਧਰ ਆਲੇ ਦੁਆਲੇ ਜੰਗਲ ਨੇ। ਸੋ ਇਹ ਜੰਗਲ ਜਿਹੜਾ ਹੈ, ਜੰਗਲ ਪਿੰਡ ਦੇ ਨਾਲ ਲੱਗਦਾ ਹੈ ਤੇ ਲੋਕ ਆਪਣੇ ਆਪਣੇ ਕਿਲਿਆਂ ਦੇ ਵਿੱਚ, 5-5 ਕਿਲਿਆਂ ਦੇ ਵਿੱਚ ਜਾ ਕੇ ਜਿਹੜੀ ਖੇਤੀ ਨੇ ਉਹ ਕਰਦੇ ਨੇ। ਪਰ ਹਾਲਾਤ ਜਿਹੜੇ ਨੇ, ਜਿਹੜਾ ਕੈਪਟਨ ਸਾਹਿਬ ਨੇ ਫੈਸਲਾ ਲਿਆ ਕਿ ਜਿਹੜਾ ਮਤਾ ਪਾਸ ਕੀਤਾ ਹੈ, ਸੰਤੀ ਪਾਰਕ ਜਿਹੜੀ ਬਣੇਗੀ, ਉਹ ਪਾਰਕ ਦੇ ਦੌਰਾਨ ਕਈ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਕਈ ਵਪਾਰਕ ਚੀਜ਼ਾਂ ਹੋਣਗੀਆਂ ਇੱਥੇ। ਉਦਯੋਗਿਕ ਜਦੋਂ ਪਾਰਕ ਖੁੱਲ੍ਹੇਗੀ ਕਿ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਮਿਲੇਗਾ, ਜਿਹੜੇ ਜੀਵਨ ਜਾਂਚ ਉਹ ਪ੍ਰੋਪਰਲੀ ਬਦਲ ਸਕਦੀ ਹੈ। ਪਰ ਲੋਕਾਂ ਨੂੰ ਕਿਉਂ ਖਤਰਾ ਹੋ ਰਿਹਾ ਹੈ? ਲੋਕ ਕਿਉਂ ਵਿਰੋਧ ਕਰਦੇ ਨੇ? ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵੀ ਨੇ, ਵਾਤਾਵਰਣ ਪ੍ਰੇਮੀ ਨੇ, ਉਹ ਸਾਰੇ ਬਾਹਰ ਨਿਕਲ ਕੇ ਆ ਰਹੇ ਨੇ ਕਿ ਜਿਹੜਾ ਇਹ ਫੈਸਲਾ ਲਿਆ ਗਿਆ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ, ਕਿ ਜਿਹੜੇ ਲੋਕ ਨੇ ਉਹਨਾਂ ਦੀ ਜੀਵਨ ਜਾਂਚ ਜਿਹੜੀ ਉਹ ਬਿਲਕੁਲ ਬਦਲ ਜਾਏਗੀ। ਕੀ ਕਾਰਨ ਨੇ? ਸੋ ਅਸੀਂ ਉਹ ਜਾਣਨ ਦੇ ਲਈ ਸੇਖੋਵਾਲ ਪਿੰਡ ਦੇ ਵਿੱਚ ਆਏ ਹਾਂ, ਜਿੱਥੇ ਦੀ 500 ਏਕੜ ਜ਼ਮੀਨ ਜਿਹੜੀ ਹੈ ਜ਼ਮੀਨੀ, ਜਿਹੜੀ ਪੰਚਾਇਤੀ ਜ਼ਮੀਨੀ ਉਹਨਾਂ ਦੇ ਵਿੱਚ ਅਕਵਾਇਰ ਕੀਤੀ ਜਾਏਗੀ। ਸੋ ਅਸੀਂ ਲੋਕਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਗਰਾਊਂਡ ਰਿਪੋਰਟ ਜਿਹੜੀ ਅੱਜ ਅਸੀਂ ਇਕੱਠੀ ਕਰਨ ਆਏ ਹਾਂ ਕਿ ਕਾਰਨ ਕਿ ਲੋਕ ਕਿਉਂ ਵਿਰੋਧ ਦੇ ਵਿੱਚ ਨੇ, ਕਿਉਂ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹ ਵਿਰੋਧ ਦੇ ਵਿੱਚ ਨੇ। ਸੋ ਅਸੀਂ ਘਰ ਦੇ ਵਿੱਚ ਆਏ ਹਾਂ, ਉੱਥੇ ਜਾ ਕੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ। ਸੋ ਸਾਡੇ ਨਾਲ ਪਿੰਡ ਦੇ ਕੁਝ ਨੁਮਾਇੰਦੇ ਜਾਂ ਕੁਝ ਲੋਕ ਸਾਡੇ ਨਾਲ ਮੌਜੂਦ ਨੇ। ਸੋ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕਾਰਨ ਨੇ ਕਿ ਜੋ ਹਰ ਇੱਕ ਚੀਜ਼ ਨੂੰ ਲੈ ਕੇ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ, ਸਪੈਸ਼ਲੀ ਮੱਤੇਵਾੜੇ ਜੰਗਲ ਨੂੰ ਲੈ ਕੇ, ਕਿ ਜਿਹੜੀ 500 ਏਕੜ ਜ਼ਮੀਨ ਹੈ ਸੇਖੋਵਾਲ ਪਿੰਡ ਦੀ ਉਹਦੇ ਵਿੱਚ ਆ ਜਾਏਗੀ। ਸੋ ਸਾਡੇ ਨਾਲ ਕਸ਼ਮੀਰ ਸਿੰਘ ਜੀ ਨੇ, ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ। ਕਸ਼ਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਜੀ। ਇੱਕ ਕਾਰਨ ਕੀ ਹੈ ਕਿ ਮੱਤੇਵਾੜੇ ਜੰਗਲ ਨੂੰ ਲੈ ਕੇ 8 ਜੁਲਾਈ ਨੂੰ ਮਤਾ ਪਾਸ ਕੀਤਾ ਜਾਂਦਾ, ਉਸ ਤੋਂ ਬਾਅਦ ਇੱਕਦਮ ਵਿਰੋਧ ਜਿਹੜਾ ਉਹ ਜਾਰੀ ਹੋ ਜਾਂਦਾ ਹੈ? ਅਸਲ 'ਚ ਮਸਲਾ ਕੀ ਹੈ? ਮਸਲਾ ਜੀ ਇਹ ਜਿਹੜਾ ਮਤਾ ਪਾਇਆ ਗਿਆ ਨਾ, ਇਹ ਨਾ ਤੇ ਪਿੰਡ ਦੀ ਰਾਏ ਨਾਲ ਪਾਇਆ ਗਿਆ ਤੇ ਨਾ ਤੇ ਪਿੰਡ ਦੀ ਰਾਏ ਦੇ ਨਾਲ ਹੀ ਪਾਇਆ ਗਿਆ, ਤੇ ਨਾ ਇਹ ਪੰਚਾਇਤ ਦੀ ਰਾਏ ਨਾਲ ਹੀ ਪਾਇਆ ਗਿਆ। ਨਾ ਇਹ ਸਾਰਾ ਕੁਛ ਮਤੇ ਦਾ ਮਤਲਬ ਹੁੰਦਾ ਪਿੰਡ ਦੇ ਵਿੱਚ ਜੇ ਕੋਈ ਪਿੰਡ ਦੀ ਜ਼ਮੀਨ ਕਿਸੇ ਨੂੰ ਦੇਣੀ ਆ, ਪਿੰਡ ਦੇ ਵਿੱਚ ਸੈਕਟਰੀ ਆਉਂਦੇ ਆ। ਜੇ ਕੋਈ ਜ਼ਿਆਦਾ ਹੀ ਜ਼ਮੀਨ ਲੈਣੀ ਫਿਰ BDO ਸਾਹਿਬ ਵੀ ਆਉਂਦੇ ਆ, ਫਿਰ DDPO ਸਾਹਿਬ ਵੀ ਆਉਂਦੇ ਆ ਕੇ ਪਿੰਡ ਨਾਲ ਗੱਲ ਕਰਦੇ, ਭਾਈ ਅਸੀਂ ਤੁਹਾਡੇ ਕੋਲੋਂ ਤੁਹਾਡੇ ਪਿੰਡ ਦੀ ਜ਼ਮੀਨ ਲੈਣੀ ਆ, ਵੀ ਸਾਡੇ ਨਾਲ ਵੀ ਅਸੀਂ ਤੁਹਾਡੇ ਕੋਈ ਫਾਇਦੇ ਕੋਈ ਨੁਕਸਾਨ ਸਾਨੂੰ ਉਹਦੇ ਬਾਰੇ ਦੱਸ ਦੇ, ਫਿਰ ਆਪਾਂ ਜ਼ਮੀਨ ਦਿੰਦੇ ਆ। ਇਹਨਾਂ ਨੇ ਉੱਥੇ ਬੁਲਾ ਲਿਆ, BDO ਦਫ਼ਤਰ ਬੁਲਾਇਆ, BDO ਦਫ਼ਤਰ ਤੋਂ ਮੁੜ ਕੇ DC ਦਫ਼ਤਰ ਲੈ ਗਏ ਆ। ਇਹਨਾਂ ਨੂੰ ਸਾਡੀ ਪੰਚਾਇਤ ਨੂੰ ਦੱਸਿਆ ਵੀ ਨਹੀਂ ਗਿਆ ਸਹੀ ਢੰਗ ਨਾਲ ਵੀ ਅਸੀਂ ਜ਼ਮੀਨ ਲੈਣੀ ਕਾਹਦੇ ਵਾਸਤੇ ਆ। ਜ਼ਮੀਨ ਇਹਨਾਂ ਨੂੰ ਕਹਿੰਦੇ ਜੀ ਅਸੀਂ ਪਾਰਕਾਂ ਵਾਸਤੇ ਜ਼ਮੀਨ ਲੈਣੀ ਆ, ਅਸੀਂ ਤਾਂ ਤੁਹਾਨੂੰ ਬੁਲਾਇਆ ਜੀ ਉਰੇ। ਜੇ ਉੱਥੇ ਪਹਿਲੀ ਗੱਲ ਤਾਂ ਪਿੰਡ ਆ ਕੇ ਮਤਾ ਪਾਉਣਾ ਸੀ। ਜੇ ਮਤਾ ਹੁਣ BDO ਦਫ਼ਤਰ ਪੈਣਾ, ਹੁਣ DC ਦਫ਼ਤਰ ਕਿਹੜੇ ਮਤੇ ਪੈਂਦੇ ਆ ਜੀ? ਇੱਥੇ DC ਦਫ਼ਤਰ ਬੁਲਾ ਕੇ ਉਹਨਾਂ ਨੇ ਮਤਾ ਪਵਾਇਆ। ਇਹਨਾਂ ਨੂੰ ਕਹਿੰਦਾ ਵੀ ਮਤਾ ਲਿਖਿਆ ਪਿਆ ਆ, ਤੁਸੀਂ ਬਸ ਸਾਈਨ ਹੀ ਕਰਨੇ ਆ, ਅਸੀਂ ਪਾਰਕਾਂ ਵਾਸਤੇ ਜ਼ਮੀਨ ਲੈਣੀ ਆ ਤੁਹਾਡੇ ਕੋਲੋਂ। ਜੇ ਪਾਰਕਾਂ ਵਾਸਤੇ ਜ਼ਮੀਨ ਇਹਨਾਂ ਨੇ ਕਿਹਾ ਚੱਲ 5, 7, 10 ਕਿੱਲੇ ਲੈ ਲੈਣਗੇ ਪਾਰਕਾਂ ਵਾਸਤੇ। ਕਿਤੇ ਕਿੰਨੀ ਕੁ ਜ਼ਮੀਨ ਆ ਸਾਡੇ ਕੋਲ? 500 ਤੇ 9 ਕਿੱਲੇ ਜ਼ਮੀਨ ਆ ਸਾਡੇ ਸਾਰੇ ਪਿੰਡ ਦੀ। ਵੀ ਜੇ ਹੁਣ ਇਹਦੇ ਵਿੱਚੋਂ ਜੇ 10 ਕਿੱਲੇ ਲੈ ਵੀ ਲਊ ਤੇ ਕੋਈ ਜਿਹੜੇ ਪਾਰਕ ਹੁੰਦੇ ਆ ਤਕਰੀਬਨ ਖੂਬਸੂਰਤੀ ਵਾਸਤੇ ਹੀ ਹੁੰਦੇ ਆ, ਤੇ ਇਹਨਾਂ ਨੇ ਉਹ
ਪਾਰਕਾਂ ਦੀ ਜਗ੍ਹਾ ਤੇ ਇੰਡਸਟਰੀ ਪਾਰਕ ਮੁੜ ਕੇ ਸ਼ੋਅ ਕਰ ਦਿੱਤਾ। ਇੰਡਸਟਰੀ ਪਾਰਕ ਸ਼ੋਅ ਕੀਤਾ, ਉਹਦੇ ਵਿੱਚ 407 ਕਿੱਲੇ ਦਾ ਮਤਾ ਪਵਾ ਲਿਆ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ। ਸਰਪੰਚ ਸਾਡੀ ਅਨਪੜ੍ਹ ਹੈ ਜੀ, ਤੇ ਅਨਪੜ੍ਹਤਾ ਕਰਕੇ ਇਹਨਾਂ ਨੇ ਸਾਈਨ ਕਰਤੇ, ਗੁੰਮਰਾਹ ਕੀਤਾ ਗਿਆ ਜੀ ਇਹਨਾਂ ਨੂੰ। ਇਸ ਕਰਕੇ ਮਤਲਬ ਮਸਲਾ ਇਹੀ ਆ, ਹੋਰ ਕੋਈ ਨਹੀਂ ਵੀ ਜੇ ਤੇ ਆਪਣੇ ਕੋਲ ਜ਼ਮੀਨ ਲੈਣੀ ਵੀ ਸੀ ਕੋਈ ਗੱਲ ਨਹੀਂ, ਸਰਕਾਰਾਂ ਜ਼ਮੀਨਾਂ ਲੈਂਦੀਆਂ ਵੀਆਂ ਕਰਦੀਆਂ ਵੀਆਂ ਸਾਰਾ ਕੁਝ ਹੁੰਦੇ ਆ। ਤੇ ਦੂਜੀ ਗੱਲ ਵਿਰੋਧ ਇਸ ਗੱਲ ਦਾ ਹੋ ਰਿਹਾ ਜੀ, ਇਹ ਜ਼ਮੀਨ ਇੱਥੇ ਐਸੀ ਭਾਈਚਾਰਾ ਰਹਿੰਦਾ ਸਾਰਾ, ਤੇ 5-5 ਕਿੱਲੇ ਦੀ ਇੱਥੇ ਖੇਤੀ ਕਰਦੇ ਆ ਇਹ। ਹਾਂਜੀ, ਅਸੀਂ ਜ਼ਮੀਨ ਇਹ ਪਹਿਲਾਂ ਪੁੱਟੀ ਆ ਕੇ ਛਿਆੜ ਦੇ ਵਿੱਚ ਆ ਕੇ ਜ਼ਮੀਨ ਪੱਟੀ ਆ, ਛਿਆੜ ਤੋਂ ਜ਼ਮੀਨ ਪੱਟੀ ਆ, ਥੋੜ੍ਹੀ ਜਿਹੀ ਸਿੱਧੀ ਸੁੱਧੀ ਕੀਤੀ ਜ਼ਮੀਨ ਵਿੱਚ। ਆਪਣੇ ਜਿਹੜਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਉਹਦੇ ਆਦੇਸ਼ਾਂ ਅਨੁਸਾਰ ਉਹਨੇ ਕਿਹਾ ਵੀ ਜਿੱਥੇ ਕਿਤੇ ਜ਼ਮੀਨ ਕਿਸੇ ਨੂੰ ਵੀ ਮਿਲਦੀ ਆ ਤੇ ਤੁਸੀਂ ਆਪਣੀ ਆਬਾਦ ਕਰਕੇ ਆਪਣੇ ਰੋਟੀ ਪਾਣੀ ਆਪਣੇ ਕਮਾ ਸਕਦੇ ਹੋ। ਉਸ ਤੋਂ 66 ਤੋਂ ਬਾਅਦ 66 ਤੋਂ ਅਸੀਂ ਜ਼ਮੀਨ ਪੱਟੀ ਆ। 70 ਦੇ ਵਿੱਚ ਇੱਥੇ ਆਲੂ ਬੀਜ ਫਾਰਮ ਆ ਗਿਆ ਜੀ। ਆਲੂ ਬੀਜ ਫਾਰਮ ਨਾਲ ਉੱਥੇ ਸਾਡਾ ਰੌਲਾ ਝਗੜਾ ਚੱਲਦਾ ਰਿਹਾ ਜੀ ਕਾਫੀ ਦੇਰ ਤੋਂ। ਆਖਰ ਨੂੰ ਸਾਡੀ ਜ਼ਮੀਨ ਦੱਬ ਲਈ ਇਹਨਾਂ ਨੇ। ਸਾਡੇ ਕੋਲ ਥੋੜ੍ਹੀ ਜ਼ਮੀਨ ਰਹਿ ਗਈ ਸੀ ਆਪਣੀ, ਕੋਈ 2-2 2.5 3 ਕਿੱਲੇ, ਇਹਨਾਂ ਕੋਲ 2-2 ਕਿੱਲੇ ਰਹਿ ਗਈ ਸੀ। ਤੇ ਅਸੀਂ ਉਹਨਾਂ ਜ਼ਮੀਨ ਦੇ ਉੱਤੇ ਵਿੱਚ ਦਿਹਾੜੀ ਦੱਪਾ ਕਰਕੇ ਸਾਰਾ ਕੁਛ, ਫਿਰ ਜ਼ਮੀਨ ਦਾ ਕੇਸ 86 ਵਿੱਚ ਫਿਰ ਇਹ ਪੰਚਾਇਤ ਦੀ ਹੋਈ, ਇੰਤਕਾਲ ਚੜ੍ਹਿਆ। 86 ਤੋਂ ਅਸੀਂ 86 ਛੱਡ ਕੇ 88 ਦੇ ਛੱਡ ਕੇ ਫਿਰ 88 ਨੂੰ ਅਸੀਂ ਕੇਸ ਲਾ ਦਿੱਤਾ। 88 ਨੂੰ ਅਸੀਂ ਕੇਸ ਲਾਇਆ ਅਸੀਂ ਪੰਚਾਇਤ ਦੇ ਹੱਕ ਦੇ ਵਿੱਚ ਵੀ, ਸਾਨੂੰ ਪੰਚਾਇਤ ਦੀ ਪੰਚਾਇਤ ਦੀ ਬਣਦੀ, ਸਾਡੀ ਪੰਚਾਇਤ ਦੀ ਬਣ ਜਾਵੇ। ਅਸੀਂ ਕੇਸ ਲਾਇਆ, ਕੇਸ ਲਾਉਣ ਤੋਂ ਬਾਅਦ ਅਸੀਂ ਪਿੰਡ ਆਪਣੇ ਮਿਹਨਤ ਮਜ਼ਦੂਰੀ ਕਰਕੇ ਕੇਸ ਲੜਦਾ ਰਿਹਾ। ਆਪਣੇ 88 ਤੋਂ 14-15 ਤੱਕ ਇਹ ਕੇਸ ਲੜੇ, ਅਸੀਂ 14 ਤੱਕ ਕੇਸ ਲੜੇ। ਫਿਰ ਸਾਡੇ ਹੱਕ 'ਚ ਹੋਈ ਹੈ, DDPO ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਸੀਂ ਕੇਸ ਲੜਿਆ ਆਪਣੇ ਇਹੀ ਪਿੰਡ ਵਾਸੀਆਂ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ। ਇੱਕ ਸਰਕਾਰ ਦਾ ਇਹਦੇ ਵਿੱਚ ਕੋਈ ਨਵਾਂ ਪੈਸਾ ਨਹੀਂ ਲੱਗਿਆ ਇਹਦੇ ਵਿੱਚ, ਤੇ ਨਾ ਕੋਈ ਇਹਨਾਂ ਦੀ ਮਹਿਕਮੇ ਦਾ ਕੋਈ ਰੋਲ ਹੀ ਸੀ ਵਿੱਚ। ਜਿਹੜੇ ਮਹਿਕਮੇ ਵੱਲੋਂ ਅਸੀਂ ਲੜਦੇ ਜ਼ਰੂਰ ਰਹੇ ਹਾਂ, ਪਰ ਮਹਿਕਮੇ ਨੇ ਕੋਈ ਪੈਸਾ ਨਹੀਂ ਲਾਇਆ। ਪੈਸਾ ਤੇ ਜ਼ਮੀਨ ਤਾਂ ਹੈਗੀ ਸਾਡੀ, ਤਾਂ ਹੁਣ ਕਹਿੰਦੀ ਹੈ ਮਹਿਕਮੇ ਦੀ ਜ਼ਮੀਨ, ਕਹਿੰਦੇ ਸੀ ਸਰਕਾਰ ਕਹਿ ਰਹੀ ਆ ਜ਼ਮੀਨ ਸਾਡੇ ਮਹਿਕਮੇ ਦੀ ਆ, ਸਰਕਾਰੀ ਜ਼ਮੀਨ ਆ, ਅਸੀਂ ਅਕਵਾਇਰ ਕਰਨੀ ਆ। ਦੱਸੋ ਜੇ ਅਸੀਂ ਕਿਸੇ ਢੰਗ ਨਾਲ ਅਸੀਂ ਬਣਾ ਵੀ ਲਈ 30-32 ਆਪਣੇ ਖੂਨ ਪਸੀਨੇ ਦੀ ਕਮਾਈ ਕਰਕੇ ਅਦਾਲਤਾਂ ਵਿੱਚ ਉਜਾੜ ਕੇ, ਤੇ ਅਸੀਂ ਇਹ ਕਿਵੇਂ ਪੰਚਾਇਤ ਦਾ ਕਿਵੇਂ ਬਣ ਸਕਦੀ, ਮਹਿਕਮੇ ਦੀ ਕਿਵੇਂ ਹੋ ਸਕਦੀ ਆ ਅਜੇ ਕਿ। ਹਾਲਾਂਕਿ ਅਸੀਂ ਕਹਿੰਦੇ ਹਾਂ ਵੀ ਜੇ ਸਾਡੇ ਕੋਲ ਕੁਝ ਕੁੱਤਾ ਲੈਣਾ ਤਾਂ ਅਸੀਂ ਦੇਣ ਲਈ ਤਿਆਰ ਹਾਂ, ਦਿੰਦੇ ਵੀ ਆ ਥੋੜ੍ਹਾ ਬੜਾ ਜੋ ਵੀ ਹੈਗਾ। ਤੇ ਪਰ ਨਹੀਂ, ਗੱਲ ਇਹ ਆ ਵੀ ਸਾਨੂੰ ਇਹ ਜ਼ਮੀਨ ਦਾ ਵਿਰੋਧ ਇਸੇ ਕਰਕੇ ਵੀ ਇੱਥੇ 70 ਤੋਂ 6570 ਪਰਿਵਾਰ ਰਹਿੰਦੇ ਇੱਥੇ, 5-5 ਕਿੱਲੇ ਦੀ ਖੇਤੀ ਕਰਦੇ ਆ ਸਾਰੇ। ਤੇ ਇਹਦੇ ਵਿੱਚ ਦੂਜਾ ਵਾਤਾਵਰਨ ਦਾ ਜਿਹੜੇ ਜਿਵੇਂ ਕਹਿੰਦੇ ਇੱਥੇ ਇੰਡਸਟਰੀ ਲਾਉਣੀ ਆ ਅਕਵਾਇਰ ਕਰਕੇ, ਇੰਡਸਟਰੀ ਦਾ ਸਾਨੂੰ ਬਹੁਤ ਘਾਟੇ ਬੰਦਾ ਸੌਦਾ ਜੀ ਇਹਦੇ ਵਿੱਚ ਸਾਡੇ। ਜੇ ਗੱਲ ਕਰੀਏ ਤੇ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਜੇ ਤੁਹਾਡੀ 500 ਏਕੜ ਜ਼ਮੀਨ ਲਈ ਵੀ ਜਾਂਦੀ ਹੈ ਤਾਂ ਉਹਦੇ 'ਚ 955 ਏਕੜ ਦੇ ਵਿੱਚ ਜਿਹੜੀ ਸੰਤੀ ਪਾਰਕ ਬਣੇਗੀ, ਲੋਕਾਂ ਦਾ ਰੋਜ਼ਗਾਰ ਵਧੇਗਾ, ਰੋਜ਼ਗਾਰ ਦੇ ਕਈ ਤੁਹਾਡੇ ਕੋਲ ਆਫਰਸ ਹੋਣਗੇ, ਤੇ ਉਹਨੂੰ ਲੈ ਕੇ ਤੁਸੀਂ ਕਿਉਂ ਘਬਰਾ ਰਹੇ ਆ ਕਿ ਤੁਹਾਡੀ ਜਗ੍ਹਾ ਦਾ ਚੱਲ ਜਾਏਗਾ ਜਾਂ ਕੋਈ ਹੋਰ ਵੀ ਪਰੇਸ਼ਾਨੀ ਜਿਹੜੀ ਉਹ ਆ ਸਕਦੀ ਤੁਹਾਨੂੰ ਲੋਕਾਂ ਨੂੰ? ਸਾਨੂੰ ਬਹੁਤ ਪਰੇਸ਼ਾਨੀ ਆ ਜੀ, ਇਹ ਸਮਝ ਲਓ ਜੇ ਜ਼ਮੀਨ ਅਕਵਾਇਰ ਕਰਕੇ ਇੰਡਸਟਰੀ ਲੱਗਦੀ ਸਾਨੂੰ ਪਰੇਸ਼ਾਨੀ, ਸਾਨੂੰ ਜ਼ਿਆਦਾ ਆ ਵਾਤਾਵਰਨ ਨੂੰ, ਸਾਨੂੰ ਵੀ ਘੱਟ ਆ ਤੇ ਵਾਤਾਵਰਨ ਨੂੰ ਵੀ ਜ਼ਿਆਦਾ ਆ ਵੀ ਸਾਡੀ ਤਾਂ ਜ਼ਿੰਦਗੀ ਖਤਮ ਹੋ ਗਈ। ਚੱਲ 70 ਪਰਿਵਾਰ ਖਤਮ ਹੋ ਜਾਣਗੇ, ਸਰਕਾਰਾਂ ਵਾਸਤੇ ਕੀ ਆ, ਮਰ ਵੀ ਜਾਣਗੇ, ਭੁੱਖੇ ਮਰ ਜਾਣ, ਚਾਹੇ ਉਹ ਪ੍ਰਦੂਸ਼ਣ ਨਾਲ ਮਰ ਜਾਣ ਤੇ ਚਾਹੇ ਉਹ ਜ਼ਹਿਰੀਲਾ ਪਾਣੀ ਪੀ ਕੇ, ਕੈਮੀਕਲ ਵਾਲਾ ਪਾਣੀ ਪੀ ਕੇ ਮਰ ਜਾਣ। ਇਹ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ। ਚੱਲ 70 ਪਰਿਵਾਰ ਮਰ ਵੀ ਜਾਣਗੇ। ਫਿਰ ਅੱਗੇ ਜਿਹੜੇ 2300 ਏਕੜ ਦਾ ਜੰਗਲ ਆ ਨੇੜੇ ਸਾਡੇ ਲੱਗਦਾ, ਅਸੀਂ ਜੰਗਲ, ਦੋਨਾਂ ਜੰਗਲਾਂ ਦੇ ਵਿਚਾਲੇ ਬੈਠੇ ਆ। ਇੱਕ ਸਾਈਡ ਤੇ ਸਾਡਾ ਜੰਗਲ ਲੱਗਿਆ ਆ, ਇੱਕ ਸਾਈਡ ਦੇ ਜੰਗਲ ਆ, ਇੱਧਰਲੀ ਸਾਈਡ ਤੇ ਸਾਡੀ ਲਹਿੰਦੇ ਸਾਈਡ ਵੀ ਜੰਗਲ ਆ ਤੇ ਚੜ੍ਹਦੀ ਸਾਈਡ ਵੀ ਜੰਗਲ ਆ, ਤੇ ਪਹਾੜ ਵਾਲੀ ਸਾਈਡ ਸਾਡੇ ਦਰਿਆ ਆ। ਤੇ ਜੇ ਇੰਡਸਟਰੀ ਲਾਉਂਦੇ ਆ ਤੇ ਇਹ ਜਾਂ ਤੇ ਪਾਣੀ ਦਰਿਆ ਦੇ ਵਿੱਚ ਪਾਉਣਗੇ, ਤੇ ਜੇ ਜ਼ਮੀਨ ਵਿੱਚ ਪਾਉਂਦੇ ਆ ਤੇ ਤਾਂ ਆਪਣਾ ਥੱਲੇ ਜ਼ਮੀਨ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਆ, ਤੇ ਜੇ ਇਹ ਦਰਿਆ 'ਚ ਪਾਉਂਦੇ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਆ। ਤੇ ਇਹ ਸਾਨੂੰ ਤੇ ਕੀ ਜੇ ਲੋਕਾਂ ਨੂੰ ਵੀ ਹੋਰ ਜ਼ਹਿਰੀਲਾ ਪਾਣੀ ਪੀਣਾ ਪਊਗਾ ਇੱਥੇ, ਤੇ ਜ਼ਹਿਰੀਲੇ ਪਾਣੀ ਨਾਲ ਤੁਹਾਨੂੰ ਪਤਾ ਹੀ ਆ ਵੀ ਕਿਹੋ ਜਿਹੀਆਂ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ ਲੱਗਦੀਆਂ। ਤੇ ਅਸੀਂ ਜੇ ਸਾਡੀ ਜ਼ਮੀਨ, ਅਸੀਂ ਇੱਕ ਤਾਂ ਸਾਡਾ ਰੁਜ਼ਗਾਰ ਦਾ ਇਹ ਸਿਸਟਮ ਆ, ਸਾਡਾ ਰੁਜ਼ਗਾਰ ਹੀ ਇਹ ਜ਼ਮੀਨ ਆ, 5-5 ਕਿੱਲੇ ਦੀ ਜਿਹੜੀ ਖੇਤੀ ਕਰਦੇ, ਸਾਡਾ ਰੁਜ਼ਗਾਰ ਇਹੀ ਰੁਜ਼ਗਾਰ ਆ। ਹੋਰ ਸਾਡੇ ਕੋਲ ਜੇ ਇੰਡਸਟਰੀ ਦਾ ਤੁਸੀਂ ਕਿਹਾ ਵੀ ਸਾਨੂੰ ਰੁਜ਼ਗਾਰ ਦੇਣਗੇ ਇਹ, ਪਰ ਸਾਡਾ ਅਨਪੜ੍ਹ ਪਿੰਡ ਆ, ਸਾਨੂੰ ਕੀ ਰੁਜ਼ਗਾਰ ਦੇ ਦੇਣਗੇ ਇੰਡਸਟਰੀ ਦੇ ਵਿੱਚ? ਤੇ ਇੰਡਸਟਰੀ ਵਿੱਚ ਰੁਜ਼ਗਾਰ ਵੀ ਤੇ ਇਹ ਤਾਂ ਦੇਣਗੇ ਜੇ ਅਸੀਂ ਪੜ੍ਹੇ ਹੋਵਾਂਗੇ। ਜੇ ਪੜ੍ਹੇ ਹੋਵਾਂਗੇ ਤਾਂ ਫਿਰ ਜੇ ਉਹ
ਪੜ੍ਹੇ ਵੀ ਜੇ ਹੋਣ, ਉਸ ਤੋਂ ਬਾਅਦ ਵੀ ਇਹਨਾਂ ਦਾ ਕੋਈ ਪਤਾ ਨਹੀਂ ਜ਼ਮੀਨ ਅਕਵਾਇਰ ਕਰਕੇ ਤੇ ਮੁੜ ਕੇ ਪਤਾ ਨਹੀਂ ਇਹਨਾਂ 5 ਸਾਲ ਇੰਡਸਟਰੀ ਨਹੀਂ ਲਾਉਣੀ, 10 ਸਾਲ ਨਹੀਂ ਲਾਉਣੀ ਕਿ 20 ਸਾਲ ਨਹੀਂ ਲਾਉਣੀ ਕਿ ਲਾਉਣੀ ਨਹੀਂ। ਇਸ ਗੱਲ ਦਾ ਵੀ ਸਾਨੂੰ ਕੋਈ ਯਕੀਨ ਨਹੀਂ ਕਿ ਸਾਡੇ ਕੋਲ 5 ਸਾਲ ਹੋ ਗਿਆ ਲਾਗੇ ਧਨਾਂਸੂ ਆ, ਧਨਾਂਸੂ ਵਾਲੀ ਵਿੱਚ ਅਕਵਾਇਰ ਕੀਤੀ ਆ 500 ਕਿੱਲਾ ਜ਼ਮੀਨ ਉੱਥੇ ਵੀ ਆ। ਉਹ ਹੁਣ ਜ਼ਮੀਨ ਉੱਥੇ ਇੰਡਸਟਰੀ ਤੇ ਕੋਈ ਨਹੀਂ ਲੱਗੀ, ਦੁਬਾਰਾ ਕਰਕੇ ਜ਼ਮੀਨ ਰੋਕੀ ਗਈ ਆ, ਜ਼ਮੀਨ ਰੋਕੀ ਗਈ ਆ। ਹੁਣ ਉੱਥੇ ਮਹੀਨੇ ਬਾਅਦ ਉਹ ਅਖਬਾਰ ਵਿੱਚ ਦਿੰਦੇ ਆ ਉਹ ਵੀ ਸਾਡੇ ਕੋਲੋਂ ਇੱਥੇ ਕੋਈ ਇੰਡਸਟਰੀ ਖਰੀਦਣ ਲਾਉਣ ਵਾਲਾ ਸਾਡੇ ਕੋਲ ਜ਼ਮੀਨ ਖਰੀਦ ਲਵੇ। ਸਸਤੇ ਭਾਅ ਪੰਚਾਇਤ ਦੀ ਜ਼ਮੀਨ ਲੈ ਲਈ ਉਹਨਾਂ ਨੇ, ਹੁਣ ਕਿਸੇ ਮਾਲਕ ਨੂੰ ਦੇ ਦਿੱਤੀ, ਉਹ ਅੱਗੇ ਵੇਚ ਰਿਹਾ ਵੀ ਸਾਡੇ ਕੋਲ ਕੋਈ ਜ਼ਮੀਨ ਖਰੀਦ ਲਵੇ। ਤਾਂ ਜੇ ਉਹਨੇ ਇੰਡਸਟਰੀ ਲਾਉਣੀ ਆ ਉੱਥੇ ਖਰੀਦ ਲੈਣ ਇਹ ਜ਼ਮੀਨ, ਉਹਨਾਂ ਕੋਲੋਂ ਖਰੀਦਣਾ, ਉਹ ਜੋ ਅਖਬਾਰ 'ਚ ਦਿੰਦੇ ਆ ਉਹਦੇ ਕੋਲੋਂ ਜ਼ਮੀਨ ਖਰੀਦ ਲੈਣ। ਅਤੇ ਸਾਨੂੰ ਜ਼ਰੂਰ ਬਰਬਾਦ ਕਰਕੇ ਇਹਨਾਂ ਨੇ ਇੰਡਸਟਰੀ ਲਾਉਣੀ ਆ। ਕਿੰਨਾ ਕੁ ਸੱਚ ਹੈ ਇਹ ਕਿ ਜਿਹੜੀ ਅਕਵਾਇਰ ਕੀਤੀ ਜਾਣੀ ਜ਼ਮੀਨ ਆ ਉਹਦੇ ਵਿੱਚ ਇਹ ਵੀ ਗੱਲ ਆ ਰਹੀ ਹੈ ਕਿ ਸ਼ਾਇਦ ਜਿਹੜੇ ਪਰਿਵਾਰ ਆਪਣੇ ਘਰਾਂ 'ਚ ਰਹਿ ਰਹੇ ਉਹਨਾਂ ਦੇ ਘਰਾਂ ਨੂੰ ਵੀ ਖਤਰਾ ਹੈ, ਕਿੰਨਾ ਕੁ ਸੱਚ ਹੈ? ਮੈਮ ਸਤਿ ਸ੍ਰੀ ਅਕਾਲ ਜੀ, ਮੈਂ ਵਿਕਰਮਜੀਤ ਪਿੰਡ ਸਿੱਖਵਾਲ ਤੋਂ। ਇਹ ਜੀ ਘਰਾਂ ਨੂੰ ਤਾਂ ਪੂਰਾ ਹੀ ਖਤਰਾ ਆ, ਕਿਉਂਕਿ ਸਾਡੇ 70 ਪਰਿਵਾਰ ਆ, ਵਿਚਾਲੇ ਪਿੰਡ ਆਲੇ ਦੁਆਲੇ ਜ਼ਮੀਨ ਆ ਅਤੇ ਆਲੇ ਦੁਆਲੇ ਜ਼ਮੀਨ ਆ ਜੀ। ਇਹ ਜਿਹੜੀ ਜ਼ਮੀਨ ਆ ਜੇ ਇਹ ਮਤਲਬ ਫੈਕਟਰੀਆਂ ਲਾ ਦਿੰਦੇ ਆ, ਇੱਕ ਤਾਂ ਪਾਣੀ ਪ੍ਰਦੂਸ਼ਣ ਹੋ ਗਿਆ, ਦਰਿਆ 'ਚ ਕਿੰਨੇ ਜਾਨਵਰ ਪਾਣੀ ਪੀਂਦੇ ਆ, ਹੋਰ ਆਪਾਂ ਆਲੇ ਦੁਆਲੇ ਪਾਣੀ ਜਾਂਦਾ ਆ। ਅਤੇ ਬਾਕੀ ਜਿਹੜੀ ਜੇ ਜ਼ਮੀਨ ਦੇ ਵਿੱਚ ਪਾਣੀ ਪਾਉਂਦੇ ਆ ਤਾਂ ਕੈਂਸਰ ਵਰਗੀਆਂ ਬਿਮਾਰੀਆਂ ਵੀ ਆਉਣਗੀਆਂ, ਹੋਰ ਵੀ ਬਿਮਾਰੀਆਂ ਆਉਣਗੀਆਂ। ਇਸ ਕਰਕੇ ਵਾਤਾਵਰਨ ਪੂਰਾ ਖਰਾਬ ਹੋ ਜਾਊਗਾ ਜੀ। ਬਾਕੀ ਸਾਨੂੰ ਤਾਂ ਫੈਕਟਰੀਆਂ ਦਾ ਕੋਈ ਫਾਇਦਾ ਨਹੀਂ, ਠੀਕ ਹੈ ਜੀ। ਹੋਰ ਐਨੇ ਫੋਕਲ ਪੁਆਇੰਟ ਪਏ ਆ, ਜੇ ਫੈਕਟਰੀਆਂ ਲਾਉਣੀਆਂ ਉੱਥੇ ਲਾ ਲੈਣ। ਹੋਰ ਧਨਾਣਸੂ ਵਾਲੀ ਜ਼ਮੀਨ ਬੌਂਕਣ ਵਾਲੀ ਰਿਕਵਾਇਰ ਕੀਤੀ ਆ, ਉੱਥੇ ਵੀ ਲਾ ਸਕਦੇ ਆ, ਕਿਉਂਕਿ ਜਿਹੜੀਆਂ ਪਹਿਲੀਆਂ ਜ਼ਮੀਨਾਂ ਰਿਕਵਾਇਰ ਕੀਤੀਆਂ ਉਹਨਾਂ 'ਤੇ ਤਾਂ ਕੁਛ ਹਜੇ ਤੱਕ ਬਣਿਆ ਨਹੀਂ ਗਾ ਜੀ। ਅਸੀਂ ਕਿੱਦਾਂ ਯਕੀਨ ਕਰ ਲਈਏ ਵੀ ਇੱਥੇ ਵੀ ਉਹ ਕੁਛ ਬਣਾਉਣਗੇ? ਅਸੀਂ ਤਾਂ ਜ਼ਮੀਨ ਜੇ ਉਹਨਾਂ ਨੇ ਕੋਈ ਪਾਰਕ ਵਾਸਤੇ 5-10 ਕਿੱਲੇ ਲੈਣੇ ਆ ਉਹ ਲੈ ਲੈਣ ਸਾਤੋਂ, ਕਿਉਂਕਿ ਉਹਦੇ ਨਾਲ ਵਾਤਾਵਰਨ ਸਾਫ਼ ਹੁੰਦਾ, ਠੀਕ ਹੈ ਜੀ। ਬਾਕੀ ਜਿਹੜੀ ਇਹ ਜ਼ਮੀਨ ਆ ਇਹ 'ਤੇ 70 ਪਰਿਵਾਰ ਇਸੇ ਜ਼ਮੀਨ ਦੇ ਸਿਰ 'ਤੇ ਹੀ ਅਸੀਂ ਬੈਠੇ ਹਾਂ। ਸਾਡੇ ਕੋਲ ਇੱਕ ਮਰਲਾ ਵੀ ਮਾਲਕੀ ਹੈ ਨਹੀਂ। ਆ ਜਿਹੜਾ ਪਿੰਡ ਵਾ ਇਹ ਵੀ ਪੰਚਾਇਤ ਦੀ ਜ਼ਮੀਨ ਦੇ ਵਿੱਚ ਹੀ ਹੈ ਜੀ। ਸਾਡੇ ਕੋਲ ਇੱਕ ਮਰਲਾ ਵੀ ਆਪਣਾ ਹੈ ਨਹੀਂ ਗਾ। ਜੇ ਇਹ ਜ਼ਮੀਨ ਲੈ ਲੈਂਦੇ ਆ ਤਾਂ ਸਾਡਾ ਰੁਜ਼ਗਾਰ ਦਾ ਕੀ ਕਰਨਗੇ ਜੀ, ਠੀਕ ਹੈ ਜੀ। ਬਾਕੀ ਜੇ ਨੌਕਰੀਆਂ ਦੀ ਗੱਲ ਕਰੀਏ, ਨੌਕਰੀਆਂ ਤਾਂ ਧਨਾਣਸੂ ਵੀ ਦੇਣ ਦਾ ਵਾਅਦਾ ਕੀਤਾ ਸੀ, ਉੱਥੇ ਕਿਹਨੂੰ ਨੌਕਰੀ ਮਿਲ ਗਈ ਹੈ ਜੀ। ਉੱਥੇ ਪੈਨਸ਼ਨਾਂ ਦੇਣ ਦੇ ਵੀ ਵਾਅਦੇ ਕੀਤੇ ਸੀ, ਕਿਹਨੂੰ ਪੈਨਸ਼ਨਾਂ ਲਾਤੀਆਂ ਜੀ ਸਰਕਾਰ ਨੇ? ਸਰਕਾਰ ਦੇ ਤਾਂ ਡਰਾਮੇ ਨੇ ਜੀ। ਹਾਂਜੀ ਕਸ਼ਮੀਰ ਜੀ, ਤੁਹਾਨੂੰ ਪੁੱਛਣਾ ਚਾਹੁੰਦੀ ਕਿ ਜਿੱਦਾਂ ਪਿੰਡ ਸੇਖੋਵਾਲ ਕਾਫੀ ਪਿੱਛੇ ਪੈ ਜਾਂਦਾ ਕਿ ਜਿਹੜੇ ਨੁਮਾਇੰਦੇ ਚੁਣੇ ਗਏ ਸੀ, ਤੁਸੀਂ ਸਰਪੰਚ ਬਣਾਇਆ, ਸਰਪੰਚ ਵੀ ਮੌਜੂਦਾ ਸਰਕਾਰ ਦਾ ਹੀ ਹੋਏਗਾ, ਕਿ ਮੌਜੂਦਾ ਸਰਕਾਰ ਨੇ ਕਦੀ ਇਸ ਪਿੰਡ ਦੇ ਵਿੱਚ ਆ ਕੇ ਦੇਖਿਆ, ਉਹਨਾਂ ਦਾ ਕੋਈ ਨੁਮਾਇੰਦਾ ਆਇਆ ਕਿ ਤੁਸੀਂ ਲੋਕ ਜਿਹੜੇ ਹੋ ਉਹ ਕਿਵੇਂ ਜ਼ਿੰਦਗੀ ਬਸਰ ਕਰ ਰਹੇ ਹੋ? ਕਿਉਂਕਿ ਦੂਸਰੇ ਪਾਸੇ ਇਹ ਤਾਂ ਡਿਸੀਜ਼ਨ ਲੈ ਲਿਆ ਕਿ 500 ਏਕੜ ਜਿਹੜੀ ਤੁਹਾਡੀ ਜ਼ਮੀਨ ਹੈ ਪੰਚਾਇਤੀ ਉਹ ਐਕਵਾਇਰ ਕਰਨੀ ਆ, ਅਤੇ ਉੱਦਾਂ ਉਹਨਾਂ ਨੇ ਦੇਖਿਆ ਕਦੀ ਆ ਕੇ ਕਿ ਤੁਸੀਂ ਜੀਵਨ ਕਿਵੇਂ ਥੋਪਸੀ ਜੀ ਰਹੇ ਹੋ? ਨਹੀਂ ਜੀ, ਸਰਕਾਰ ਬਣਨ ਤੋਂ ਬਾਅਦ ਤੇ ਸਾਡੇ ਪਿੰਡ ਵਿੱਚ ਕੋਈ ਵੀ ਨੁਮਾਇੰਦਾ ਨਹੀਂ ਆਇਆ ਸਰਕਾਰ ਦਾ। ਤਕਰੀਬਨ ਜੇ ਆਪਾਂ ਸਰਪੰਚ ਕਹਿ ਦਈਏ ਤੇ ਜਿਹੜੀ ਸਰਕਾਰ ਹੁੰਦੀ ਤੇ ਸਰਪੰਚ ਤਕਰੀਬਨ ਉਹਨਾਂ ਦੇ ਹੀ ਹੁੰਦੇ ਆ ਕਿ ਸਰਪੰਚਾਂ ਦੀ ਤੇ ਪਿੰਡਾਂ ਦੀ ਕੋਈ ਐਡੀ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਕੋਈ ਪਾਰਟੀ ਦੀ ਹੁੰਦੀ ਆ। ਜਿਹੜੀ ਸਰਕਾਰ ਬਣ ਗਈ ਸਰਪੰਚ ਦੇ ਉਹਦੇ ਅਧੀਨ ਹੀ ਕੰਮ ਕਰਨਗੇ। ਅਤੇ ਕੋਈ ਸਰਕਾਰ ਵੱਲੋਂ ਕੋਈ ਨਹੀਂ ਸਾਡੇ ਵੱਲ ਆਇਆ ਵੀ ਤੁਸੀਂ ਕਿਵੇਂ, ਆਪਣੇ 3 ਸਾਲ ਤੋਂ ਵੱਧ ਹੋ ਗਿਆ ਅਜੇ ਤੱਕ, ਉਸ ਤੋਂ ਬਾਅਦ ਕੋਈ ਨਹੀਂ ਸਾਨੂੰ ਦੇਖਣ ਆਇਆ, ਪੁੱਛਣ ਆਇਆ। ਇੱਥੇ ਤੱਕ ਸਾਨੂੰ ਜੇ ਪਿੰਡ ਦਾ ਜ਼ਮੀਨ ਲੈਣੀ ਸੀ ਤਾਂ ਸਾਨੂੰ ਇਹ ਨਹੀਂ ਪੁੱਛਣ ਆਏ ਵੀ ਅਸੀਂ ਤੁਹਾਡੀ ਜ਼ਮੀਨ ਲੈ ਲਈਏ ਕਿ ਤੁਹਾਡੀ ਕੀ ਰਾਏ ਆ, ਵੀ ਤੁਹਾਡਾ ਕਿਵੇਂ ਗੁਜ਼ਰ ਬਸਰ ਹੋਊਗਾ ਇਹ ਵੀ ਨਹੀਂ ਜੀ। ਇਹ ਸਾਨੂੰ ਕੋਈ ਨਹੀਂ ਪੁੱਛਣਾ, ਕੋਈ ਨਹੀਂ ਸਰਕਾਰ ਵੱਲੋਂ ਤੇ ਕੋਈ ਆਇਆ। ਵਿਕਰਮ ਜੀ, ਤੁਹਾਨੂੰ ਸਵਾਲ ਇਹ ਹੈ ਮੇਰਾ ਕਿ ਜਦੋਂ ਤੁਹਾਡੇ ਕੋਲ ਬਹੁਤ ਸਾਰੇ ਲੋਕ ਆਏ, ਕਿਉਂਕਿ 8 ਜੁਲਾਈ ਨੂੰ ਇਹ ਮਤਾ ਪਾਸ ਕੀਤਾ ਗਿਆ, ਉਹ ਮਤਾ ਪਾਸ ਹੋਣ ਤੋਂ ਬਾਅਦ ਬਹੁਤ ਵਾਤਾਵਰਣ ਪ੍ਰੇਮੀ ਵੀ ਆਏ, ਸਮਾਜ ਸੇਵੀ ਵੀ ਆਏ ਕਿ ਇਹ ਜਿਹੜਾ ਮੱਤਾਵਾੜਾ ਜਿਹੜਾ ਇਹਨਾਂ ਨੇ ਜੰਗਲ ਦਾ ਕੀਤਾ ਹੈ ਜਾਂ ਸੇਖੋਵਾਲ ਦੀ ਜਿਹੜੀ ਜ਼ਮੀਨ ਆਉਣੀ ਆ ਉਹ ਨਹੀਂ ਆਉਣੀ ਚਾਹੀਦੀ, ਲੋਕ ਕਿਵੇਂ ਗੁਜ਼ਾਰਾ ਕਰਨਗੇ, ਪਰਿਵਾਰ ਤਬਾਹ ਹੋ ਜਾਣਗੇ, ਕਿ ਉਸ ਤੋਂ ਬਾਅਦ ਲੱਗਾ ਕਿ ਕੁਝ ਹੱਲ ਨਿਕਲੇਗਾ ਜਾਂ ਹਜੇ ਵੀ ਸਿਰਫ ਉਹ ਆਏ ਤੇ ਚਲੇ ਗਏ? ਮੈਮ ਗੱਲ ਇਹ ਆ ਵੀ ਜੀ ਹੱਲ ਤਾਂ ਹੁਣ ਹਜੇ ਤੱਕ ਤਾਂ ਕੁਛ ਨਜ਼ਰ ਨਹੀਂ ਆ ਰਿਹਾ ਜੀ, ਠੀਕ ਹੈ ਜੀ। ਹਜੇ ਤੱਕ ਤਾਂ ਅਸੀਂ ਸਮਝ ਹਨੇਰੇ 'ਚ ਬੈਠੇ ਹਾਂ ਜੀ, ਠੀਕ ਹੈ ਜੀ। ਅਸੀਂ ਹਨੇਰੇ 'ਚ ਬੈਠੇ ਹਾਂ। ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ, ਕੈਪਟਨ ਸਾਹਿਬ ਅੱਗੇ, ਕਿ ਸਾਨੂੰ ਜੋ ਵੀ ਆ ਸਾਡੀ ਜ਼ਮੀਨ ਇਹ ਰਹਿਣ ਦਿਓ। ਅਸੀਂ 5-5 ਕਿੱਲੇ 'ਤੇ ਗੁਜ਼ਾਰਾ ਕਰਦੇ ਹਾਂ, ਕਿਉਂਕਿ ਤੁਸੀਂ ਤਾਂ ਖਜ਼ਾਨੇ ਇੰਨੇ ਆ ਸਰਕਾਰ ਕੋਲੇ, ਜਿੱਥੇ ਮਰਜ਼ੀ ਜ਼ਮੀਨ ਖਰੀਦ ਕੇ ਤੁਸੀਂ ਜੇ ਫੈਕਟਰੀਆਂ ਕੋਈ ਲਾਉਣੀਆਂ ਆ ਕਿਤੇ ਵੀ ਲਾ ਸਕਦੇ ਆ। ਸਾਡੇ ਕੋਲ ਤਾਂ ਆਪਣਾ ਇੱਕ ਮਰਲਾ ਖਰੀਦਣ ਲਈ ਵੀ ਗੁਜ਼ਾਰਾ ਹੈ ਨਹੀਂਗਾ, ਗੁੰਜਾਇਸ਼ ਨਹੀਂ। ਇਹ ਤਾਂ ਆਪਣੇ ਕਹਿਣ ਦੀ ਗੱਲ ਆ। ਜਿਹੜੇ ਰੋਜ਼ ਦੇ ਚਲਾਨ ਕੱਟਦੇ ਨੇ ਜਾਂ ਹੋਰ ਕੋਈ ਇੰਨੇ ਟੈਕਸ ਆਉਂਦੇ ਨੇ ਉਹ ਕਿੱਥੇ ਜਾਂਦੇ ਆ ਜੀ?
ਸਰਕਾਰ ਦੇ ਖਜ਼ਾਨੇ ਜਾਂਦੇ ਆ। ਆਪਾਂ ਕਿਵੇਂ ਮੰਨ ਲਈਏ ਵੀ ਸਰਕਾਰ ਦਾ ਖਜ਼ਾਨਾ ਖਾਲੀ ਆ? ਸਾਨੂੰ ਕਿਹੜਾ ਦਿਖਾਇਆ ਉਹਨਾਂ ਨੇ? ਠੀਕ ਹੈ ਜੀ। ਤੇ ਬਾਕੀ ਸਰਕਾਰ ਨੂੰ ਕੋਈ ਵੀ ਕਿਸੇ ਗੱਲ ਦੀ ਘਾਟ ਨਹੀਂ ਹੈਗੀ। ਜੇ ਘਾਟ ਹੈਗੀ ਆ ਤਾਂ ਸਾਨੂੰ ਘਾਟ ਆ, ਕਿਉਂਕਿ ਸਾਡੇ ਕੋਲ ਤਾਂ ਕੁਝ ਵੀ ਹੈ ਨਹੀਂ। ਇਸ ਤੋਂ ਬਾਅਦ ਸਾਡੇ ਤਾਂ ਜਵਾਕ ਭੁੱਖੇ ਮਰ ਜਾਣਗੇ। 70 ਪਰਿਵਾਰ ਆ, ਅਸੀਂ ਭੁੱਖੇ ਮਰ ਜਾਾਂਗੇ। ਸਾਡਾ ਕੀ ਗੁਜ਼ਾਰਾ ਜੀ ਪਹਿਲਾਂ ਦੱਸੋ? ਅਸੀਂ ਅਨਪੜ੍ਹ ਲੋਕ ਆ, ਨਾ ਤਾਂ ਅਸੀਂ ਕਿਸੇ ਪਾਸੇ ਕੰਮ ਯੋਗੇ ਆ। ਅਸੀਂ ਤਾਂ ਸਿਰਫ ਜ਼ਮੀਨ ਤੇ ਸਿਰ ਤੇ ਹੀ ਆ। ਅਸੀਂ ਜੱਦਾ 65 ਤੋਂ ਕੇਸ ਲਾਇਆ। ਅਸੀਂ ਕੋਈ 100 ਰੁਪਈਆ 20 ਰੁਪਈਏ ਤੱਕ ਢਾਲਾਂ ਕਰਕੇ ਅਸੀਂ ਕੇਸ ਸੁਪਰੀਮ ਕੋਰਟ, ਹਾਈ ਕੋਰਟ, ਆਪਣੇ ਦੂਜਾ ਪਟਿਆਲੇ ਤੋਂ ਕੇਸ ਜਿੱਤਦੇ ਆਏ ਆ। ਠੀਕ ਆ ਜੀ। ਇਹਦੇ ਵਿੱਚ ਜੇ ਮਹਿਕਮੇ ਦੀ ਗੱਲ ਕਰੀਏ, ਅੱਜ ਮਹਿਕਮਾ ਮਾਲਕ ਬਣੇ ਆ। ਠੀਕ ਆ, ਅਸੀਂ ਬਣਾਇਆ, ਪਿੰਡ ਨੇ ਬਣਾਇਆ ਮਹਿਕਮੇ ਨੂੰ ਮਾਲਕ, ਪਰ ਮਹਿਕਮੇ ਦਾ ਤਾਂ 1 ਰੁਪਈਆ ਨਹੀਂ ਲੱਗਿਆ। ਮਹਿਕਮੇ ਨੂੰ ਇਹ ਤਾਂ ਗੱਲ ਸੋਚਣੀ ਚਾਹੀਦੀ, ਪਿੰਡ ਦੇ ਵਿੱਚ ਆ ਕੇ ਕੋਈ ਆਮ ਜਲਾਸ ਕਰਦੇ, ਉੱਥੇ ਮਤਾ ਪਾਉਂਦੇ, ਉੱਥੇ ਮਤਾ ਪਾਸ ਹੁੰਦਾ। ਇਹ ਤਾਂ ਨਹੀਂ ਜੀ ਕਿ ਸਰਪੰਚਾਂ ਨੂੰ ਉੱਥੇ ਸੱਦਿਆ। ਪਹਿਲਾਂ ਪਤਾ ਨਹੀਂ, ਸਰਪੰਚ ਦੇ ਕਹਿਣ ਦੀ ਗੱਲ ਹੈ ਜੀ। ਸਰਪੰਚ ਕਹਿੰਦੀ ਵੀ ਮੈਨੂੰ ਉੱਥੇ ਸੱਦਿਆ ਆ, ਵੀਡੀਓ ਦਫ਼ਤਰ, ਉੱਥੋਂ DC ਦਫ਼ਤਰ ਲੈ ਗਿਆ ਜੀ। ਉਹਨਾਂ ਨੇ ਮਤਾ ਪਹਿਲਾਂ ਲਿਖਿਆ ਹੋਇਆ ਸੀ, ਮੇਰੇ ਤੋਂ ਮੋਹਰ ਲਵਾ ਲਈ ਆ। ਚਲੋ ਇਹ ਅਨਪੜ੍ਹ ਸੀਗੀ, ਸੈਕਟਰੀ ਤਾਂ ਨਹੀਂ ਸੀ ਅਨਪੜ੍ਹ ਜੀ, BDO ਸਾਹਿਬ ਤਾਂ ਨਹੀਂ ਸੀ ਅਨਪੜ੍ਹ, DTPO ਸਾਹਿਬ ਤਾਂ ਨਹੀਂ ਸੀ ਅਨਪੜ੍ਹ। ਉਹ ਪੜ੍ਹ ਕੇ ਸੁਣਾਉਂਦੇ ਇਹਨਾਂ ਨੂੰ। ਠੀਕ ਹੈ ਜੀ। ਇਹਨਾਂ ਨੂੰ ਕੁਛ ਸੁਣਾਇਆ ਨਹੀਂ। ਇਹ ਕਹਿੰਦੇ ਵੀ ਚੁੱਪ ਕਰਕੇ ਮੋਹਰ ਲਵਾ ਲਈ। ਸਰਪੰਚ ਦੇ ਕਹਿਣ ਦੀ ਗੱਲ ਆ। ਤੇ ਬਾਕੀ ਗੱਲ ਇਹ ਆ ਵੀ ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਚਾਹੇ ਇਹਨਾਂ ਤੋਂ ਗਲਤੀ ਹੋ ਗਈ, ਜੇ ਤਾਂ ਇਹ ਕਰਵਾ ਲਈ ਹੈ ਗਲਤੀ, ਵੀ ਸਾਨੂੰ ਮਾफ़ ਕਰਨ, ਵੀ ਸਾਡੀ ਜ਼ਮੀਨ ਸਾਡੇ ਕੋਲ ਰਹਿਣ ਦੇਣ। ਜੇ ਸਰਕਾਰ ਨੂੰ ਲੋੜ ਆ, ਧਨਾਣਸੂ ਜਾ ਕੇ ਫੈਕਟਰੀਆਂ ਲਾ ਲੈਣ। ਬੌਂਕੜਾਂ ਵਾਲੀ ਜ਼ਮੀਨ ਰਿਕਵਾਇਰ ਆ, ਉੱਥੇ ਫੈਕਟਰੀਆਂ ਲਾ ਲੈਣ। ਫੋਕਲ ਪੁਆਇੰਟ 'ਚ ਫੈਕਟਰੀਆਂ ਲਾ ਲੈਣ। ਹੋਰ ਇੰਨੀ ਇੰਡਸਟਰੀ ਲੁਧਿਆਣੇ 'ਚ ਕਿੰਨੀ ਬੰਦ ਹੋ ਗਈ ਆ ਫੈਕਟਰੀ, ਉੱਥੇ ਉਹਨੂੰ ਚਲਾ ਲੈਣ ਪੁਰਾਣੀ ਨੂੰ। ਇਹ ਨਵੇਂ ਘਰ ਕਿਉਂ ਉਜਾੜਦੇ ਆ ਜੀ? ਕਸ਼ਮੀਰ ਜੀ, ਤੁਹਾਨੂੰ ਸਵਾਲ ਹੈ, ਤੁਸੀਂ ਕਿਹਾ ਕਿ 5 ਸਾਲ ਨੂੰ ਇੱਥੇ ਇੰਡਸਟਰੀ ਸ਼ੁਰੂ ਹੋਏਗੀ ਜਾਂ 10 ਸਾਲ ਨੂੰ ਹੋਏਗੀ, ਪਤਾ ਨਹੀਂ ਹੋਏਗੀ ਵੀ ਜਾਂ ਨਹੀਂ ਹੋਏਗੀ। ਪਰ ਇਹ ਸਰਕਾਰ ਨੇ ਮਤਾ ਕੀਤਾ ਪਾਸ, ਮੌਜੂਦਾ ਸਰਕਾਰ ਦੇ ਘੱਟੋ ਘੱਟ 3 ਸਾਲ ਬੀਤ ਚੁੱਕੇ ਨੇ ਤੇ 1.5 ਸਾਲ ਕੀ ਰਹਿ ਗਿਆ ਉਹਨਾਂ ਦੇ ਕੋਲ। ਕੀ ਲੱਗਦਾ ਹੈ ਕਿ 1.5 ਸਾਲ ਦੇ ਵਿੱਚ ਉਹ ਰਿਕਵਰੀ ਕਰ ਦੇਣਗੇ, ਐਕਵਾਇਰ ਕਰਕੇ ਜ਼ਮੀਨਾਂ ਇੰਡਸਟਰੀ ਬਣਾ ਦੇਣਗੇ, ਇੰਡਸਟਰੀ ਦੇ ਦੌਰਾਨ ਰੋਜ਼ਗਾਰ ਵੀ ਮਿਲ ਜਾਏਗਾ? ਨਹੀਂ ਜੀ, ਇਹੋ ਜੀ ਗੱਲ ਤੇ ਜਿਵੇਂ ਸਰਕਾਰਾਂ ਦੇ ਕੰਮ ਆ ਨਾ, ਜਿਹੜੇ ਹਿਸਾਬ ਨਾਲ ਲੱਗਦੇ ਇਹੋ ਜਿਹਾ ਕੋਈ ਨਹੀਂਗਾ। ਇੱਕ ਸਾਡੀ ਜ਼ਮੀਨ ਖੋਹਣ ਦਾ ਇੱਕ ਜ਼ਰੀਆ ਬਣਾਇਆ ਇਹਨਾਂ ਨੇ ਵੀ ਆਪਣੇ ਲਾਸਟ ਸਾਲ ਰਹਿ ਗਿਆ, ਸਾਡੇ 1.5 ਸਾਲ ਰਹਿ ਗਿਆ, ਇਹਦੇ ਵਿੱਚ ਆਪਣੇ ਖਾਸ ਬੰਦਿਆਂ ਨੂੰ ਜ਼ਮੀਨ ਇਹਨਾਂ ਨੇ ਦੇ ਦੇਣੀ ਆ। ਇੰਡਸਟਰੀ ਨਾ ਤੇ ਲੱਗਣੀ ਆ। ਜੇ ਇੰਡਸਟਰੀ ਲੱਗਣੀ ਹੁੰਦੀ, ਜਿਹੜੀ 5 ਸਾਲ ਪਹਿਲਾਂ ਅਕਵਾਇਰ ਕੀਤੀ ਉੱਤੇ ਲਾ ਦਿੰਦੇ। ਇੰਡਸਟਰੀ ਨਹੀਂ ਲਵਾਉਣੀ। ਇਹ ਸਿਰਫ ਗਰੀਬ ਬੰਦੇ ਆ ਵੀ ਇਹਨਾਂ ਕੋਲ ਖੋਲ੍ਹੋ, ਇਹਨਾਂ ਨੇ ਬੋਲਣਾ ਨਹੀਂ ਗਾ, ਆਪਾਂ ਮਹਿਕਮੇ ਦਾ ਕਰਕੇ ਖੋਲ੍ਹਣੀ ਆ। ਕੋਈ ਇੱਕ ਇਹ ਸ਼ੋਸ਼ਾ ਛੱਡਿਆ ਗਿਆ ਆ, ਸ਼ੋਸ਼ਾ ਹੀ ਆ ਇਹ। ਮਤਲਬ ਨਾ ਤੇ ਇੰਡਸਟਰੀ ਬਣਨੀ ਆ ਤੇ ਨਾ ਸਿਰਫ ਸਾਡੇ ਕੋਲ ਜ਼ਮੀਨ ਖੋਹਣ ਦਾ ਇੱਕ ਤਰੀਕਾ ਬਣਾਇਆ ਇਹਨਾਂ ਨੇ। ਇਹ ਪਹਿਲਾਂ ਵੀ ਕਦੇ ਕਿਤੇ ਤੁਹਾਨੂੰ ਇਦਾਂ ਕੀਤਾ ਗਿਆ ਸੀ ਗੁੰਮਰਾਹ, ਜਾਂ ਹੁਣ ਹੀ ਇੱਕਦਮ ਤੁਹਾਡੇ ਤੇ ਇਹ ਚੀਜ਼ ਪਾਈ ਗਈ ਹੈ? ਪਹਿਲਾਂ ਵੀ ਇੱਕ ਵਾਰੀ ਸਾਨੂੰ ਕੀਤਾ ਗਿਆ ਜੀ। ਜਿਹੜੇ ਆਏ ਸੀ ਅਕਾਲੀ ਸਰਕਾਰ ਸੀ, ਉਹਨਾਂ ਨੇ ਸਾਨੂੰ ਰੇਸ ਕੋਰਸ ਵਾਸਤੇ ਕਹਿੰਦੇ ਸੀ ਜ਼ਮੀਨ ਆ, ਪਰ ਉਹਨਾਂ ਨੇ ਤੇ ਸਾਡੇ ਕੋਲ ਆਪਣੇ ਮੰਤਰੀ ਸਾਹਿਬ ਆਏ ਸੀ, ਉਹਨਾਂ ਨੇ ਆ ਕੇ ਸਾਨੂੰ ਨਾਲ ਸ਼ਰਤਾਂ ਨਾਲ ਕੀਤਾ ਸੀ ਵੀ ਜੇ ਤੁਹਾਡੇ ਕੋਲ ਜ਼ਮੀਨ ਅਸੀਂ ਲਵਾਂਗੇ ਤੇ ਨਾਲ ਤੁਹਾਨੂੰ 150 ਕਿੱਲਾ ਜ਼ਮੀਨ ਪੱਕੀ ਕਰਾ ਕੇ ਦੇਵਾਂਗੇ ਵਾਈ ਵਾਸਤੇ, ਵਾਹੀਯੋਗ। ਫਿਰ ਤੁਹਾਡੇ ਜਿਹੜੇ ਹੈਗੇ ਆਪਣੇ 75 ਪਰਿਵਾਰ ਆ, ਇਹਨਾਂ ਨੂੰ ਅਸੀਂ ਮਕਾਨ ਬਣਾ ਕੇ ਦੇਵਾਂਗੇ। ਮਕਾਨ ਵਿੱਚ ਵਿਦ ਫਲੱਸ਼, ਜਿਵੇਂ ਆਪਣੇ ਬਾਥਰੂਮ ਵਗੈਰਾ, ਟੈਂਕੀਆਂ ਲਾ ਕੇ ਤੇ ਪਿੰਡ ਵਿੱਚ ਟੈਂਕੀ, ਛੱਪੜ ਵਗੈਰਾ, ਡਿਸਪੈਂਸਰੀਆਂ ਦੇਵਾਂਗੇ ਜੀ ਤੁਹਾਨੂੰ। ਮਤਲਬ ਵਧੀਆ ਢੰਗ ਤਰੀਕੇ ਦਾ ਇੱਕ ਪਿੰਡ ਬਣਾ ਕੇ ਦੇਵਾਂਗੇ, ਜਾਣੀ ਸ਼ਹਿਰੀ ਟਾਈਪ ਦਾ ਪਿੰਡ ਬਣਾ ਕੇ ਦੇਵਾਂਗੇ। ਉਹ ਮਤੇ ਵਿੱਚ ਸਾਡੇ ਲਿਖਿਆ ਸੀ। ਜਾਣੀ ਕੋਈ ਵੀ ਇਹੋ ਜਿਹੀ ਸਹੂਲਤ ਨਹੀਂ ਸੀ ਜਿਹੜੀ ਉਹਨਾਂ ਨੇ ਨਹੀਂ ਸੀ ਮੰਨੀ ਸਾਡੀ ਵੀ ਹਾਂ। ਅਤੇ ਉਹ ਚਲੋ ਉਹਨਾਂ ਦਾ ਨਹੀਂ ਪਾਸ ਹੋਇਆ ਤੇ ਚਲੋ ਅਸੀਂ ਫਿਰ ਉਹਨਾਂ ਕੋਲੋਂ ਵੀ ਬਚ ਗਏ ਅਸੀਂ, ਜਾਂ ਪਰਮਾਤਮਾ ਨੇ ਬਚਾ ਲਿਆ ਸਾਡੇ ਕੋਲੋਂ, ਸਾਨੂੰ ਬਚਾ ਲਿਆ ਉਹਨਾਂ ਕੋਲੋਂ। ਹੁਣ ਅਸੀਂ ਕਹਿੰਦੇ ਵੀ ਸਾਨੂੰ ਪਰਮਾਤਮਾ ਇਹਨਾਂ ਕੋਲੋਂ ਵੀ ਬਚਾ ਲਵੇ। ਜਿਹੜੀ ਇਹ ਖਤਰੇ ਦੀ ਘੰਟੀ ਲੱਗਦੀ ਹੈ ਤੇ ਕੀ ਲੱਗਦਾ ਕਿ ਇਹਦਾ ਹੱਲ ਨਿਕਲੇਗਾ ਜਾਂ ਨਹੀਂ ਨਿਕਲੇਗਾ, ਜਾਂ ਵਾਕਈ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ? ਜ਼ਿੰਦਗੀ ਤਾਂ ਖਤਰੇ ਵਿੱਚ ਹੈਗੀ ਆ, ਹੱਲ ਤਾਂ ਕੋਈ ਨਹੀਂ। ਪਰ ਜੇ ਕੋਈ ਸ਼ਾਇਦ ਅਫਸਰੀ ਗੰਜਾ ਨਿਕਲ ਆਵੇ, ਜਾਂ ਕੋਈ ਮੰਤਰੀ ਸਾਡੀ ਬੇਨਤੀ ਸੁਣ ਲਵੇ, ਕੋਈ ਆਪਣੇ ਮੁੱਖ ਮੰਤਰੀ ਸਾਹਿਬ ਵੀ ਬੇਨਤੀ ਸੁਣ ਲੈਣ ਵੀ ਇਹਨਾਂ ਗਰੀਬਾਂ ਨੂੰ ਕਿਉਂ ਜਾੜਨਾ, ਵੀ ਜੇ ਇਹਨਾਂ ਇੰਡਸਟਰੀ ਲਾਉਣੀ ਆ ਕਿਤੇ ਜਿਹੜੀ ਇੰਡਸਟਰੀ ਉਹ ਆਬਾਦ ਕਰ ਲੈਣਾ। ਨਹੀਂ ਤਾਂ ਜ਼ਮੀਨਾਂ ਬਹੁਤ ਪਈਆਂ ਫੋਕਲ ਪਿੰਡਾਂ ਦੀਆਂ, ਆ ਸਾਨੇਵਾਲ ਦੇ ਅਗਲੇ ਬੰਨੇ ਨਾਲ ਇੰਨੀ ਜ਼ਮੀਨ ਪਈ ਆ ਨਾ, ਵਿਹਲੀ ਜ਼ਮੀਨਾਂ ਪਈਆਂ ਆ ਤੇ ਜਿਹੜੀਆਂ ਅਕਵਾਇਰ ਕਰਕੇ ਰੱਖੀਆਂ ਪਈਆਂ ਆ। ਕਸ਼ਮੀਰ ਜੀ, ਪਿਛਲੇ ਦਿਨੀ ਤੁਹਾਡੇ ਕੋਲ DC ਸਾਹਿਬ ਵੀ ਆਏ ਨੇ ਤੇ ਕਹਿੰਦੇ ਮਾਨਯੋਗ ਜੱਜ ਸਾਹਿਬ ਵੀ ਆਏ ਸੀਗੇ, ਤੇ ਕੀ ਤੁਹਾਡੇ ਨਾਲ ਗੱਲ ਕਰਕੇ ਗਏ? ਕਹਿੰਦੇ ਆਏ ਸੀ ਉਹ ਪਿੰਡ ਦਾ ਦੌਰਾ ਕਰਨ ਆਏ ਸੀ। ਸਾਡੇ ਪਿੰਡ ਵਿੱਚ ਨਹੀਂ ਆਏ ਜੀ, ਉਹਨਾਂ ਦਾ ਕੋਈ ਮੱਤੇਵਾੜੇ ਗੜੀ ਫਾਜ਼ਲ ਦੇ ਕੋਲ ਨਾ, ਆਪਣੀ ਗੜੀ ਤੋਗੜ ਦੇ ਵਿੱਚ ਉੱਥੇ ਆਏ ਸੀ।
ਉੱਥੇ ਆਏ, ਉਹਨਾਂ ਦਾ ਕੋਈ ਰੇਤਾ ਦਾ ਟੱਕ ਸੀ, ਉਹਨਾਂ ਦਾ ਕੋਈ ਪਰਚਾ ਪੁਰਚਾ ਹੋਇਆ ਸੀ ਕਿ ਪਤਾ ਨਹੀਂ ਕੀ ਗੱਲਬਾਤ ਇਦਾਂ ਦੀ ਬਣੀ। ਪਰ ਸਾਡੇ ਤਾਂ ਉਦੋਂ ਹੈਗੇ ਸੀ, ਸਾਡਾ ਸਿਲਸਿਲਾ ਚੱਲਦਾ ਸੀ, ਲੋਕ ਸਾਡੇ ਕੋਲ ਆਉਂਦੇ ਜਾਂਦੇ ਸੀ, ਪਰ ਉਹਨਾਂ ਨੇ ਨਹੀਂ, ਉਹ ਨਹੀਂ ਆਏ ਸਾਡੇ ਕੋਲ। ਜੇ ਉਹਨਾਂ ਨੂੰ ਕੋਈ ਸਾਡੇ ਪਿੰਡ ਦੀ ਕੋਈ ਹੁੰਦੀ, ਕੋਈ ਚਿੰਤਾ ਹੁੰਦੀ ਤਾਂ ਉਹ ਜ਼ਰੂਰ ਸਾਡੇ ਪਿੰਡ ਵੀ ਆਉਂਦੇ। ਤੇ ਜੇ ਉਹਨਾਂ ਨੂੰ ਰੇਤਾ ਬਚਾਉਣ ਦੀ ਜਾਂ ਰੇਤਾ ਮਾਫੀਆ ਖਤਮ ਕਰਨਾ, ਤੇ ਆ ਜਿਹੜਾ ਜ਼ਮੀਨ ਮਾਫੀਆ ਇਹ ਤਾਂ ਖਤਮ ਕਰ ਦਿੰਦੇ। ਸਾਡੇ ਨਾਲ ਕੋਈ ਇਹਨਾਂ ਨੇ ਦੁੱਖ ਸਾਂਝਾ ਨਹੀਂ ਕੀਤਾ ਕਿ ਨਾ ਸਾਡੇ ਆਏ ਆ ਤੇ ਨਾ ਅਜੇ ਤੱਕ ਕੋਈ ਆਉਣ ਦੀ ਸੰਭਾਵਨਾਈਆਂ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਮਾਧਿਅਮ ਰਾਹੀਂ? ਤੁਹਾਡੇ ਮਾਧਿਅਮ ਰਾਹੀਂ ਅਸੀਂ ਤਾਂ ਇਹ ਅਪੀਲ ਕਰ ਰਹੇ ਹਾਂ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਸਾਨੂੰ ਤੇ ਸਾਡੇ ਜੰਗਲਾਂ ਨੂੰ ਤੇ ਸਾਡੀ ਜ਼ਮੀਨ ਤੇ ਦਰਿਆ ਨੂੰ ਇਹ ਬਚਾ ਲੈਣ। ਤੇ ਸਾਨੂੰ ਇੰਨਾ ਕੁਛ ਹੀ ਬਹੁਤ ਆ ਵੀ ਸਾਡੇ ਕੋਲ ਸਾਡੀ ਬੇਨਤੀ ਆ ਵੀ ਸਾਡੀ ਜ਼ਮੀਨ ਸਾਨੂੰ ਇੱਦਾਂ ਹੱਸਦੇ ਵਸਦੇ ਰਹਿਣ ਦੇ, ਵਾਤਾਵਰਨ ਵੀ ਇੱਦਾਂ ਹੀ ਜਿਹੋ ਜਿਹਾ ਸਾਡਾ ਏਰੀਆ ਦਾ ਵਾਤਾਵਰਨ ਆ ਇਹਨੂੰ ਆਬਾਦ ਰਹਿਣ ਦੇਣਾ, ਉਜਾੜਿਆ ਨਾ ਜਾਵੇ। ਅਤੇ ਤੁਹਾਨੂੰ ਪਤਾ ਵੀ ਜਦੋਂ ਫੈਕਟਰੀਆਂ ਲੱਗ ਗਈਆਂ ਫਿਰ ਉਸ ਤੋਂ ਬਾਅਦ ਨਾ ਤਾਂ ਜੰਗਲਾਂ 'ਚ ਪੰਛੀ ਰਹਿ ਜਾਣੇ ਆ ਅਤੇ ਨਾ ਜੰਗਲ ਰਹਿ ਜਾਣੇ ਆ। ਇਹ ਤਾਂ ਫੈਕਟਰੀਆਂ ਆਖਰ ਨੂੰ ਫਿਰ ਉੱਥੇ ਵੀ ਫਿਰ ਕੋਈ ਸਰਕਾਰ ਆਊਗੀ ਤਾਂ ਉੱਥੇ ਇੱਦਾਂ ਉਹ ਵੀ ਅਕਵਾਇਰ ਕੀਤੇ ਜਾਣਗੇ। ਜਦੋਂ ਜੰਗਲ ਨਹੀਂ ਰਿਹਾ ਅਤੇ ਪੰਛੀ ਨਹੀਂ ਉੱਥੇ ਰਹੇ ਅਤੇ ਕੋਈ ਜਾਨਵਰ ਨਹੀਂ ਰਿਹਾ ਜੰਗਲੀ, ਤਾਂ ਫਿਰ ਉੱਥੇ ਕੀ ਰਹਿਣਾ? ਫਿਰ ਉੱਥੇ ਕੋਈ ਦੂਜੀ ਸਰਕਾਰ ਆਊਗੀ, ਉਹ ਵੀ ਅਕਵਾਇਰ ਕਰ ਲੈਣਗੇ। ਅਤੇ ਜਿੱਦਾਂ ਲੋਕਾਂ ਦੇ ਉਜਾੜਨ ਦਾ ਤਰੀਕਾ ਬਣਿਆ, ਜਾਨਵਰ ਉਜਾੜਨ ਦਾ ਜਾਂ ਜੰਗਲ ਉਜਾੜਨ ਦਾ ਤਰੀਕਾ ਬਣਿਆ, ਇਹ ਥੋੜ੍ਹਾ ਜਿਹਾ ਹੋਰ ਸਿਲਸਿਲਾ ਵੱਧ ਜੂਗਾ। ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਹੀ ਇਹ ਮਸਲਾ ਰੋਕ ਦੇਣ ਅਤੇ ਅਸੀਂ ਬਹੁਤ ਇਹਨਾਂ ਦੇ ਧੰਨਵਾਦੀ ਹੋਵਾਂਗੇ। ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਜਾਂ ਅਪੀਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਕਿ ਸਰਕਾਰ ਜਿਹੜਾ ਜਿਵੇਂ ਇਹਨਾਂ ਨੇ ਕਿਹਾ ਜ਼ਮੀਨੀ ਮਾਫੀਆ ਜਿਹੜਾ ਵਾ ਉਹ ਤਾਂ ਬਚਾ ਲਿਆ ਜਾਵੇ, ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਕਿ 500 ਏਕੜ ਜਿਹੜੀ ਜ਼ਮੀਨ ਹੈ ਪੰਚਾਇਤੀ ਉਹ ਜਾਣੀ ਚਾਹੀਦੀ ਹੈ ਜਾਂ ਨਹੀਂ ਜਾਣੀ ਚਾਹੀਦੀ? ਕੀ ਕਹਿਣਾ ਚਾਹੁੰਦੇ ਸਰਕਾਰ? ਅਸੀਂ ਤਾਂ ਜੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਜ਼ਮੀਨ ਆ ਇਹ ਸਾਡੇ ਕੋਲ ਰਹੇ ਅਤੇ ਵਾਤਾਵਰਨ ਵੀ ਸਾਫ਼ ਰਹੂਗਾ ਅਤੇ ਅਸੀਂ ਵੀ ਰੋਟੀ ਖਾਂਦੇ ਰਹਿ ਜਾਂਗੇ, ਸਾਡੇ ਬੱਚੇ ਵੀ। ਅਤੇ ਸਰਕਾਰ ਅੱਗੇ ਬੇਨਤੀ ਆ ਵੀ ਜੇ ਉਹਨਾਂ ਨੂੰ ਜ਼ਮੀਨਾਂ ਦੀ ਲੋੜ ਆ, ਜਿਹੜੀਆਂ ਪਹਿਲੀਆਂ ਜ਼ਮੀਨਾਂ ਉਹਨਾਂ 'ਤੇ ਇੰਟਰਸਟ ਜੋ ਵੀ ਲਾਉਣਾ ਉਹਨਾਂ ਨੇ ਲਾ ਲੈਣ, ਪਰ ਸਾਨੂੰ ਤਾਂ ਇਹ ਜ਼ਮੀਨ ਸਾਡੇ ਕੋਲ ਰਹਿਣੀ ਚਾਹੀਦੀ ਹੈ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਾਡੇ ਨਾਲ ਸੀਗੇ ਪਿੰਡ ਦੇ ਕੁਝ ਲੋਕ ਜਿਨ੍ਹਾਂ ਨੇ ਆਪਣਾ ਦੁੱਖ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਪਰ ਦੇਖਿਆ ਜਾਏ ਤਾਂ ਜਿਹੜਾ ਜੰਗਲ ਹੈ ਉਹਦੇ ਵਿੱਚ ਉਹਨੇ ਵੈਸੇ ਸਾਰਾ ਪ੍ਰਦੂਸ਼ਣ ਜਿਹੜਾ ਉਹ ਕੰਸੀਵ ਆਪਣੇ ਆਪ ਦੇ ਵਿੱਚ ਕਰ ਲੈਂਦਾ ਹੈ, ਕਿਉਂਕਿ ਉਹ ਇੱਕ ਹਿਸਾਬ ਦੇ ਸਾਡੇ ਫੇਫੜੇ ਸੀਗੇ ਕਿ ਸਰਕਾਰ ਜਿਹੜਾ ਨਿਸ਼ਾਨਾ ਬਣਾ ਰਹੀ ਹੈ ਫੇਫੜਿਆਂ ਨੂੰ ਬਰਬਾਦ ਕਰਨ ਦਾ, ਉਹਨਾਂ ਨੂੰ ਕੱਟਣ ਦਾ। ਕਿਤੇ ਨਾ ਕਿਤੇ ਜਦੋਂ ਇਹ ਜੰਗਲ ਕੱਟੇ ਜਾਣਗੇ ਲੋਕਾਂ ਨੂੰ ਮੁਸ਼ਕਲਾਂ ਆਉਣਗੀਆਂ। ਸੋ ਇਹ ਲੋਕ ਜਿਹੜੇ ਨੇ ਜਾਂ ਤਾਂ ਸੋਚਣ ਕਿ ਸਾਡੀ ਜਿਹੜੀ ਪੀੜ੍ਹੀ ਆਉਣ ਵਾਲੀ ਉਹ ਖਤਮ ਹੋ ਜਾਏਗੀ ਜਾਂ ਇਹ ਖਤਮ ਹੋ ਜਾਣਗੇ, ਜਾਂ ਸਰਕਾਰ ਇਹਨਾਂ ਦੇ ਕਹਿਣ ਤੇ ਹੁਣ ਫੈਸਲਾ ਵਾਪਸ ਲਏਗੀ ਜਾਂ ਨਹੀਂ ਲਊਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਜਾਂ ਕੈਪਟਨ ਸਾਹਿਬ ਦੇ ਕੋਲ 1.5 ਸਾਲ ਬਚਿਆ ਕਿ ਕੈਪਟਨ ਸਾਹਿਬ ਉਹਦੇ ਦੌਰਾਨ ਇੰਡਸਟਰੀ ਲਗਾ ਦੇਣਗੇ। ਪਹਿਲੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਨਹੀਂ ਕਿ ਇਹਨਾਂ ਲੋਕਾਂ ਤੋਂ ਰੋਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਹਨਾਂ ਨੂੰ ਰੋਜ਼ਗਾਰ ਤੋਂ ਵਾਂਝਾ ਕਰਕੇ ਇਹਨਾਂ ਨੂੰ ਭੁੱਖੇ ਮਰਨ ਦੇ ਲਈ ਤਿਆਰ ਕੀਤਾ ਜਾ ਰਿਹਾ। ਕੀ ਕਾਰਨ ਹੈ? ਕੈਪਟਨ ਸਾਹਿਬ ਸ਼ਾਇਦ ਆਪਣੇ ਆਉਣ ਵਾਲੇ ਸੈਸ਼ਨ ਦੇ ਵਿੱਚ ਜ਼ਰੂਰ ਜਵਾਬ ਦੇਣਗੇ, ਕਿਉਂਕਿ ਜਵਾਬ ਦੇਣਾ ਬਣਦਾ ਹੈ ਕੈਪਟਨ ਸਾਹਿਬ ਦਾ ਕਿ ਇਹ ਲੋਕਾਂ ਦਾ ਰੋਜ਼ਗਾਰ ਜਿਹੜਾ ਕਿਉਂ ਤੋੜਿਆ ਜਾ ਰਿਹਾ, ਇਹਨਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਤੋਂ ਵਾਂਝੇ ਕਿਉਂ ਕੀਤਾ ਜਾ ਰਿਹਾ, ਘਰ ਤੋਂ ਵਾਂਝੇ ਕਿਉਂ ਕੀਤਾ ਜਾ ਰਿਹਾ। ਸੌਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਕੀ ਫੈਸਲਾ ਲੈਣਗੇ ਤਾਂ ਦੇਖਣਾ ਬਾਕੀ ਹੋਏਗਾ। ਸੋਨੀ ਦੇਰ ਲਈ ਮੈਨੂੰ ਕੀਰਤੀ ਤੇ ਕੈਮਰਾਮੈਨ ਅੰਮ੍ਰਿਤਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।